ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਜੁਗ ਮਹਿ ਪਾਇਆ। ਫਿਰ ਆ ਅਵਸਰ ਚਰੈ ਨ ਹਾਥਾ, ਨਾਮ ਜਪੈ ਤੋ ਕਟਿਐ ਫਾਸਾ। ਫਿਰ ਆ ਅਵਸਰ ਚਰੈ ਨ ਹਾਥਾ, ਨਾਮ ਜਪੈ ਤੋ ਕਟਿਐ ਫਾਸਾ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਪਰਮ ਕਿਰਪਾਲੂ ਪਰਮ ਦਇਆਲੂ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ। ਗੁਰੂ ਸਵਾਰਿਆਂ ਪਾਸੋਂ ਆਪ ਸਰਬੱਤ ਸੰਗਤ ਨੇ ਧੁਰ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਜਿਸ ਪਿਆਰ ਜਿਸ ਅਦਬ ਦੇ ਨਾਲ ਕੀਰਤਨ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮੇਂ ਦੇ ਲਈ ਜੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਵਾਕ ਪਾਵਨ ਬਚਨ ਆਪ ਸਰਬੱਤ ਸੰਗਤ ਨੇ ਸਰਵਣ ਕੀਤਾ ਹੈ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਜੁਗ ਮੈਂ ਪਾਇਆ। ਫਿਰ ਆ ਅਵਸਰ ਚਰੈ ਨ ਹਾਥਾ, ਨਾਮ ਜਪੈ ਤੋ ਕਟਿਐ ਫਾਸਾ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਹੈ। ਸਤਿਗੁਰੂ ਜੀ ਕੀ ਸਮਝਾਉਂਦੇ ਪਏ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਇਹ ਕੁਝ ਸਮੇਂ ਦੇ ਲਈ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੀ ਕਰਨੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਾਹਿਬ ਜੀ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹਨਾਂ ਬਚਨਾਂ ਦੇ ਵਿੱਚ ਇੱਕ ਵਰਡ ਯੂਜ਼ ਕੀਤਾ ਹੈ, ਅਵਸਰ। ਸਾਹਿਬ ਜੀ ਕਹਿੰਦੇ ਫਿਰ ਆ ਅਵਸਰ ਚਰੈ ਨ ਹਾਥਾ। ਅਵਸਰ ਦਾ ਮਤਲਬ ਹੁੰਦਾ ਹੈ ਮੌਕਾ, ਚਾਂਸ ਕਹਿ ਲਈਏ ਚਾਹੇ ਓਪਰਚੁਨਿਟੀ ਕਹਿ ਲਈਏ। ਵੈਸੇ ਸੰਸਾਰ ਦੇ ਵਿੱਚ ਦੇਖਿਆ ਜਾਵੇ ਤਾਂ ਹਰ ਇੱਕ ਕੋਈ ਇਨਸਾਨ ਜਿਹੜਾ ਹੈ ਨਾ, ਉਹ ਮੌਕੇ ਦੀ ਤਲਾਸ਼ ਦੇ ਵਿੱਚ ਹੁੰਦਾ ਹੈ। ਹਰ ਇੱਕ ਦੀ ਇੰਟੈਂਸ਼ਨ ਅਲੱਗ ਅਲੱਗ ਹੁੰਦੀ ਹੈ, ਹਰ ਇੱਕ ਦੀ ਸੋਚ ਅਲੱਗ ਹੁੰਦੀ ਹੈ। ਕੋਈ ਆਪਣੇ ਬਿਜ਼ਨਸ ਨੂੰ ਥੋੜ੍ਹਾ ਅੱਗੇ ਵਧਾਉਣ ਲਈ ਮੌਕੇ ਦੀ ਤਲਾਸ਼ 'ਚ ਹੁੰਦਾ ਹੈ। ਇੱਕ ਸਟੂਡੈਂਟ ਜਿਹੜਾ ਹੈ ਉਹ ਆਪਣੇ ਕੈਰੀਅਰ ਦੇ ਵਿੱਚ ਅੱਗੇ ਵਧਣ ਦੇ ਲਈ ਮੌਕੇ ਦੀ ਤਲਾਸ਼ 'ਚ ਹੁੰਦਾ ਹੈ। ਜਿਵੇਂ ਕੁਝ ਪੋਜ਼ਿਟਿਵ ਓਪਰਚੁਨਿਟੀ ਦੀ ਭਾਲ ਕਰਦੇ ਨੇ ਲੋਕ, ਉੱਥੇ ਕੁਝ ਐਸੇ ਵੀ ਮਿਲਣਗੇ ਜਿਹੜੇ ਨੈਗੇਟਿਵ ਸੋਚ ਰੱਖਦਿਆਂ ਹੋਇਆਂ ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਮੌਕੇ ਦੀ ਤਲਾਸ਼ ਵਿੱਚ ਹੋਣਗੇ। ਕਿਸੇ ਦਾ ਬਣਦਾ ਹੋਇਆ ਕੰਮ ਰੋਕਣ ਦੇ ਲਈ ਮੌਕੇ ਦੀ ਤਲਾਸ਼ ਦੇ ਵਿੱਚ ਹੋਣਗੇ। ਸੋ ਹਰ ਇੱਕ ਦੀ ਇੰਟੈਂਸ਼ਨ ਇਸ ਓਪਰਚੁਨਿਟੀ ਦੇ ਮਾਮਲੇ ਦੇ ਵਿੱਚ ਅਲੱਗ ਅਲੱਗ ਹੈ। ਇਹ ਨਹੀਂ ਕਹਿ ਸਕਦੇ ਕਿ ਸੰਸਾਰ ਦੇ ਸਾਰੇ ਹੀ ਲੋਕ ਜਿਹੜੇ ਨੇ ਉਹ ਇੱਕ ਹੀ ਸੋਚ ਰੱਖਦਿਆਂ ਹੋਇਆਂ ਓਪਰਚੁਨਿਟੀ ਜਿਹੜੀ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਯੂਜ਼ ਕਰਦਿਆਂ ਹੋਇਆਂ ਕਿਸੇ ਦਾ ਭਲਾ ਕਰਨਗੇ। ਨਹੀਂ, ਕੁਝ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਸੋਚ ਥੋੜ੍ਹੀ ਅਲੱਗ ਹੁੰਦੀ ਹੈ ਆਮ ਲੋਕਾਂ ਦੇ ਨਾਲੋਂ। ਉਹ ਕਿਸੇ ਦਾ ਬੁਰਾ ਕਰਨ ਵਾਸਤੇ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ। ਪਰ ਯਾਦ ਰਹੇ ਸਾਧ ਸੰਗਤ, ਜਿੱਥੇ ਸੰਸਾਰਕ ਤੌਰ 'ਤੇ ਹਰ ਪਲ ਸਾਨੂੰ ਕੋਈ ਨਾ ਕੋਈ ਮੌਕਾ ਮਿਲਦਾ ਪਿਆ ਹੈ, ਥੋੜ੍ਹਾ ਜਿਹਾ ਡੀਪ ਜਾ ਕੇ ਦੇਖੀਏ, ਜਿਹੜਾ ਸਾਡਾ ਸਾਹ ਚੱਲ ਰਿਹਾ ਹੈ ਨਾ, ਹਰ ਇੱਕ ਅੰਦਰ ਗਿਆ ਸਾਹ ਤੇ ਜਿਹੜਾ ਬਾਹਰ ਨਿਕਲਿਆ ਇਹ ਇੱਕ ਮੌਕਾ ਹੀ ਹੈ। ਰਾਤ ਨੂੰ ਸੌਂ ਕੇ ਸਵੇਰ ਦੇ ਸਮੇਂ ਜਦੋਂ ਅੱਖ ਖੁੱਲ੍ਹਦੀ ਹੈ ਨਾ, ਤੇ ਇਹ ਜਸਟ ਅਨਦਰ ਡੇ ਨਹੀਂ ਹੈ, ਇਹ ਇੱਕ ਓਪਰਚੁਨਿਟੀ ਹੈ। ਇਹ ਜਿਹੜਾ ਨਵਾਂ ਦਿਨ ਸਾਨੂੰ ਮਿਲਿਆ ਹੈ, ਇਹ ਕੋਈ ਇਹ ਨਹੀਂ ਹੈ ਕਿ ਅਨਦਰ ਡੇ ਮਿਲ ਗਿਆ, ਨਹੀਂ, ਇਹ ਇੱਕ ਓਪਰਚੁਨਿਟੀ ਉਸ ਮਾਲਕ ਨੇ ਦਿੱਤੀ ਹੋਈ ਹੈ ਆਪਣੇ ਜੀਵਨ ਨੂੰ ਸਵਾਰਨ ਦੇ ਲਈ।
ਤੇ ਖਿਆਲ ਕਰਿਓ ਕੁਝ ਐਸੇ ਹੁੰਦੇ ਨੇ ਜਿਹੜੇ ਇਹ ਵੇਟ ਕਰਦੇ ਰਹਿੰਦੇ ਨੇ ਕਿ ਮੈਨੂੰ ਮੌਕਾ ਮਿਲੇ, ਕੋਈ ਓਪਰਚੁਨਿਟੀ ਮੈਨੂੰ ਮਿਲੇ ਤਾਂ ਮੈਂ ਆਪਣੇ ਜੀਵਨ ਦੇ ਵਿੱਚ ਕੁਝ ਕਰ ਸਕਾਂ, ਪਰ ਉਹ ਸਿਰਫ ਵੇਟ ਹੀ ਕਰਦੇ ਰਹਿ ਜਾਂਦੇ ਨੇ, ਸਿਰਫ ਵੇਟ ਹੀ ਕਰਦੇ ਰਹਿ ਜਾਂਦੇ ਨੇ। ਜਿਹੜੀਆਂ ਆਸ-ਪਾਸ ਕਈ ਓਪਰਚੁਨਿਟੀਜ਼ ਉਹਨਾਂ ਦੇ ਜੀਵਨ ਦੇ ਵਿੱਚ ਆਉਂਦੀਆਂ ਨੇ, ਉਹਨਾਂ ਦੀ ਉਹ ਪਹਿਚਾਣ ਹੀ ਨਹੀਂ ਕਰ ਪਾਉਂਦੇ। ਜਿਵੇਂ ਇਹਨੂੰ ਆਪਾਂ ਇੱਕ ਛੋਟੀ ਜਿਹੀ ਕਹਾਣੀ ਦੇ ਰਾਹੀਂ ਸੌਖਾ ਸਮਝ ਸਕਦੇ ਹਾਂ। ਕਹਿੰਦੇ ਕੋਈ ਸਾਧੂ ਮਹਾਤਮਾ ਕਿਸੇ ਪਿੰਡ ਦੇ ਕੋਲੋਂ ਲੰਘਦਾ ਪਿਆ ਸੀ, ਭੁੱਖ ਲੱਗੀ ਤੇ ਸੋਚਦਾ ਹੈ ਕਿ ਕੋਈ ਇਨਸਾਨ ਮੈਨੂੰ ਮਿਲੇ ਤੇ ਮੈਂ ਉਹਦੇ ਕੋਲੋਂ ਕੁਝ ਖਾਣ ਵਾਸਤੇ ਜੇਕਰ ਮਿਲ ਸਕੇ ਤੇ ਜ਼ਰੂਰ ਉਹਨੂੰ ਬੇਨਤੀ ਕਰਾਂਗਾ। ਥੋੜਾ ਪਿੰਡ ਦੇ ਅੰਦਰ ਐਂਟਰ ਕਰਦਾ ਤੇ ਇੱਕ ਘਰ ਦੇ ਬਾਹਰ ਨਾ ਇੱਕ ਆਦਮੀ ਖੜਾ ਹੈ ਉਹ ਬਹੁਤਾ ਅਮੀਰ ਨਹੀਂ ਹੈ, ਛੋਟਾ ਜਿਹਾ ਉਹਦਾ ਘਰ ਹੈ, ਗਰੀਬ ਜਿਹਾ ਬੰਦਾ ਨਜ਼ਰ ਆ ਰਿਹਾ ਹੈ। ਤੇ ਉਹਨੂੰ ਜਾ ਕੇ ਉਹ ਬੇਨਤੀ ਕਰਦਾ, ਕਹਿੰਦਾ ਭਲਿਆ ਭੁੱਖ ਲੱਗੀ ਹੈ ਤੇ ਜੇਕਰ ਹੋ ਸਕੇ ਕੁਝ ਖਾਣ ਨੂੰ ਤੇਰੇ ਕੋਲ ਹੈ ਤੇ ਮੈਨੂੰ ਦੇ, ਮੈਂ ਆਪਣੀ ਭੁੱਖ ਮਿਟਾ ਸਕਾਂ। ਉਹ ਬੰਦਾ ਚੰਗਾ ਸੀ ਜੀ, ਉਹਨੇ ਆਪਣੇ ਘਰ ਦੇ ਵਿੱਚ ਸਾਧੂ ਨੂੰ ਲੈ ਕੇ ਜਾਂਦਾ ਤੇ ਜਿੰਨਾ ਕੁ ਹੋ ਪਾਉਂਦਾ ਹੈ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ, ਉਹਦੀ ਭੁੱਖ ਦੂਰ ਕਰਦਾ। ਜਦੋਂ ਉਹ ਸਾਧੂ ਜਾਣ ਲੱਗਾ, ਕਹਿੰਦਾ ਤੂੰ ਮੇਰੀ ਔਖੇ ਸਮੇਂ ਦੇ ਵਿੱਚ ਜਦੋਂ ਮੈਨੂੰ ਭੁੱਖ ਬਹੁਤ ਲੱਗੀ ਹੋਈ ਸੀ, ਭੋਜਨ ਦੀ ਜ਼ਰੂਰਤ ਸੀ, ਤੂੰ ਮੇਰੀ ਲੋੜ ਪੂਰੀ ਕੀਤੀ ਹੈ, ਮੇਰੀ ਭੁੱਖ ਦੂਰ ਕੀਤੀ ਹੈ। ਮੈਂ ਚਾਹੁੰਦਾ ਕਿ ਤੈਨੂੰ ਕੁਝ ਦੇ ਕੇ ਜਾਵਾਂ ਜਿਹਦੇ ਨਾਲ ਤੇਰਾ ਜਿਹੜਾ ਆਰਥਿਕ ਤੌਰ ਤੇ ਜੀਵਨ ਜਿਹੜਾ ਬੜਾ ਤੂੰ ਸਟਰਗਲ ਕਰਦਾ ਪਿਆ ਹੈ, ਉਹ ਹਾਲਾਤ, ਉਹ ਸਿਚੁਏਸ਼ਨ ਤੇਰੀ ਚੰਗੀ ਹੋ ਜਾਏਗੀ ਉਹਦੇ ਨਾਲ। ਤੇ ਕਹਿੰਦਾ ਮੇਰੇ ਕੋਲ ਇੱਕ ਪਾਰਸ ਹੈ, ਪਾਰਸ ਕਹਿ ਲਈਏ ਫਿਲਾਸਫਰਸ ਸਟੋਨ। ਕਹਿੰਦਾ ਮੇਰੇ ਕੋਲ ਇੱਕ ਪਾਰਸ ਹੈ, ਪਰ ਇਹ ਪਾਰਸ ਮੈਂ ਤੈਨੂੰ ਕੇਵਲ 7 ਦਿਨਾਂ ਵਾਸਤੇ ਦੇਵਾਂਗਾ। I will give you the philosopher's stone for only 7 days। 7 ਦਿਨਾਂ ਵਾਸਤੇ ਕੇਵਲ ਦੇਵਾਂਗਾ ਤੇ 7 ਦਿਨਾਂ ਬਾਅਦ ਮੈਂ ਤੇਰੇ ਕੋਲ ਇਹਨੂੰ ਵਾਪਸ ਲੈ ਲੈਣਾ ਹੈ। ਤੇ ਇਹਦੀ ਖਾਸੀਅਤ ਕੀ ਹੈ ਕਿ ਇਹ ਲੋਹੇ ਨੂੰ ਸੋਨੇ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਦੇ ਕੇ ਤੇ ਉਹ ਸਾਧੂ ਚਲਾ ਗਿਆ। ਹੁਣ ਉਹ ਆਦਮੀ ਜਿਹੜਾ ਹੈ ਨਾ ਜੀ, ਉਹ ਲੋਹੇ ਦੀ ਦੁਕਾਨ ਦੇ ਉੱਤੇ ਜਾਂਦਾ ਹੈ, ਸ਼ਾਪ ਦੇ ਉੱਤੇ ਜਾਂਦਾ ਹੈ ਲੋਹਾ ਖਰੀਦਣ ਵਾਸਤੇ, ਤਾਂ ਕਿ ਉਹ ਪਾਰਸ ਨਾਲ ਟੱਚ ਕਰਕੇ ਉਹਨੂੰ ਸੋਨੇ ਵਿੱਚ ਕਨਵਰਟ ਕਰ ਲਏ। ਜਾ ਕੇ ਉਹ ਸ਼ਾਪਕੀਪਰ ਜਿਹੜਾ ਉਹਨੂੰ ਪੁੱਛਦਾ ਹੈ ਪ੍ਰਾਈਸ, ਉਹ ਪ੍ਰਾਈਸ ਦੱਸਦਾ, ਕਹਿੰਦਾ ਬਹੁਤ ਮਹਿੰਗਾ। ਦੂਜਾ ਸਵਾਲ, ਕਹਿੰਦਾ ਇਹ ਸਸਤਾ ਕਦੋਂ ਹੋਏਗਾ, ਇਹਦਾ ਪ੍ਰਾਈਸ ਡਾਊਨ ਕਦੋਂ ਹੋਏਗਾ? ਕਹਿੰਦਾ ਹੋ ਸਕਦਾ 2-3 ਦਿਨਾਂ ਨੂੰ ਡਾਊਨ ਹੋ ਜਾਏ। 2-3 ਦਿਨਾਂ ਬਾਅਦ ਫੇਰ ਆਉਂਦਾ ਹੈ, ਪ੍ਰਾਈਸ ਪੁੱਛਦਾ ਹੈ, ਸੇਮ ਪ੍ਰਾਈਸ ਹੈ, ਕਹਿੰਦਾ ਅਜੇ ਬਹੁਤ ਮਹਿੰਗਾ ਹੈ। ਚਲਾ ਜਾਂਦਾ ਹੈ। 2-3 ਦਿਨਾਂ ਦਾ ਫੇਰ ਆਉਂਦਾ ਹੈ, ਹੁਣ ਪ੍ਰਾਈਸ ਕੁਛ ਡਾਊਨ ਹੋਇਆ, ਹੁਣ ਡਾਊਨ ਹੋਇਆ। ਮਨ 'ਚ ਖਿਆਲ ਆਇਆ ਕਿ ਕਿਉਂ ਨਾ ਮੈਂ ਖਰੀਦ ਲਵਾਂ। ਦੂਜਾ ਖਿਆਲ ਮਨ ਦੇ ਵਿੱਚ ਨਾਲ ਹੀ ਆ ਗਿਆ ਕਿ ਇਹ ਡਾਊਨ ਹੋਇਆ, ਥੋੜਾ ਹੋਰ ਡਾਊਨ ਹੋ ਲੈਣ ਦੇਵਾਂ ਫਿਰ ਖਰੀਦਾਂਗਾ। ਚਲਾ ਗਿਆ ਜੀ ਬਿਨਾਂ ਖਰੀਦਿਆਂ, ਘਰ ਦੇ ਵਿੱਚ ਗਿਆ। 2-3 ਦਿਨਾਂ ਬਾਅਦ ਜਦੋਂ ਫਿਰ ਆਉਣ ਲੱਗਾ ਵਾਪਸ ਸ਼ਾਪ ਤੇ, ਇਹ ਜੇ ਘਰ ਚੋਂ ਬਾਹਰ ਨਿਕਲੇ ਆਈ ਹੈ ਤੇ ਉਹ ਸਾਧੂ ਸਾਹਮਣੇ ਖੜਾ ਹੈ, ਕਿਉਂਕਿ 7 ਦਿਨ ਪੂਰੇ ਹੋ ਗਏ। ਕਹਿੰਦਾ ਭਲਿਆ ਮੈਂ ਦੇਖ ਰਿਹਾ ਕਿ ਤੇਰੀ ਹਾਲਤ ਸੇਮ ਉਸੇ ਤਰ੍ਹਾਂ ਹੀ ਹੈ, ਕੋਈ ਚੇਂਜ ਨਹੀਂ ਆਇਆ। ਤੇ ਜਿਹੜਾ ਮੈਂ ਤੈਨੂੰ ਪਾਰਸ ਦੇ ਕੇ ਗਿਆ ਸੀ, ਕਹਿੰਦਾ ਇਹ ਮੇਰੇ ਕੋਲੇ ਹੀ ਹੈ, ਤੇ ਇਹਨੂੰ ਯੂਜ਼ ਕਿਉਂ ਨਹੀਂ ਕੀਤਾ? ਕਹਿੰਦਾ ਮੈਂ ਲੋਹਾ ਖਰੀਦਣ ਵਾਸਤੇ ਸ਼ਾਪ ਤੇ ਗਿਆ ਸੀ, ਮੈਂ ਪ੍ਰਾਈਸ ਪੁੱਛਿਆ, ਰੇਟ ਚੈੱਕ ਕੀਤਾ, ਬਹੁਤ ਮਹਿੰਗਾ ਸੀ, ਤੇ ਮੈਂ ਸੋਚਿਆ ਥੋੜਾ ਸਸਤਾ ਹੋ ਜਾਏ, ਥੋੜਾ ਪ੍ਰਾਈਸ ਡਾਊਨ ਹੋ ਜਾਏ, ਫਿਰ ਖਰੀਦਾਂਗਾ। ਸਾਧੂ ਨੇ ਮੱਥੇ ਤੇ ਮਾਰਿਆ ਹੱਥ। ਉਹ ਕਹਿੰਦਾ ਮੂਰਖਾ, ਲੋਹਾ ਮਹਿੰਗਾ ਹੈ ਕਿ ਜਾਂ ਸੋਨਾ ਮਹਿੰਗਾ ਹੈ? ਜੇ ਤੂੰ ਮਹਿੰਗਾ ਵੀ ਖਰੀਦ ਲੈਨੋ, ਉਹਨੂੰ ਪਾਰਸ ਟੱਚ ਕਰ ਦੋ, ਉਹਨੇ ਸੋਨੇ ਵਿੱਚ ਕਨਵਰਟ ਹੋ ਜਾਣਾ ਸੀ। ਤੇਰਾ ਜਿਹੜਾ ਉਹ ਮਹਿੰਗੇਪਨ ਵਾਲਾ ਜਿਹੜਾ ਤੇਰੇ ਮਨ ਦੇ ਵਿੱਚ ਖਿਆਲ ਆ ਰਿਹਾ ਸੀ, ਉਹ ਦੂਰ ਹੋ ਜਾਣਾ ਸੀ। ਪਰ ਉਹ ਇਦਾਂ ਨਹੀਂ ਕਰ ਪਾਇਆ। ਮੌਕਾ ਇੱਕ ਮਿਲਿਆ ਸੀ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਜਾਂ ਆਪਣੇ ਹਾਲਾਤ ਨੂੰ ਠੀਕ ਕਰਨ ਵਾਸਤੇ, ਪਰ ਬਦਕਿਸਮਤੀ ਇਹ ਕਿ ਉਹ ਉਸ ਮੌਕੇ ਨੂੰ, ਉਸ ਓਪਰਚੁਨਿਟੀ ਨੂੰ ਸੰਭਾਲ ਨਹੀਂ ਸਕਿਆ। ਸੇਮ ਸਿਚੁਏਸ਼ਨ ਸਾਡੇ ਨਾਲ ਹੁੰਦੀ ਹੈ। ਆ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬਚਨ ਹੈ, ਸਾਹਿਬ ਜੀ ਕਹਿੰਦੇ ਇਹ ਜੀਵਨ ਜਿਹੜਾ ਹੈ ਨਾ, ਕਿਸੇ ਨਾ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ ਜੀ। ਕਹਿੰਦਾ ਸਭ ਤੋਂ ਮਹਿੰਗੀ ਚੀਜ਼ ਜੇਕਰ ਇੱਕ ਪੱਖ ਤੋਂ, ਓਵਰਆਲ ਨਹੀਂ, ਇੱਕ ਪੱਖ ਤੋਂ ਦੇਖੀ ਜਾਵੇ ਨਾ, ਸਭ ਤੋਂ ਮਹਿੰਗੀ ਚੀਜ਼ ਪਤਾ ਕਹਿੰਦਾ ਕੀ ਹੈ? ਕਹਿੰਦਾ ਇੱਕ ਮੌਕਾ ਹੱਥੋਂ ਨਿਕਲ ਜਾਣਾ। ਮਿਸਡ ਓਪਰਚੁਨਿਟੀ ਇਜ਼ ਦਾ ਮੋਸਟ ਐਕਸਪੈਂਸਿਵ ਥਿੰਗ ਇਨ ਦਿਸ ਵਰਲਡ। ਮੌਕੇ ਦਾ ਹੱਥ ਦੇ ਵਿੱਚੋਂ ਨਿਕਲ ਜਾਣਾ। ਤੇ ਵਾਕਿਆ ਜਦੋਂ ਆ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬਚਨ ਪੜ੍ਹਿਆ ਤੇ ਲੱਗਿਆ ਕਿ ਬਿਲਕੁਲ ਸਹੀ ਹੈ ਕਿ ਜਦੋਂ ਮੌਕਾ ਹੱਥ ਵਿੱਚੋਂ ਨਿਕਲ ਜਾਂਦਾ ਹੈ ਨਾ, ਤੇ ਉਹ ਸਭ ਤੋਂ ਮਹਿੰਗਾ ਹੈ।
ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ ਫਿਰ ਆ ਅਵਸਰ ਚਰੈ ਨ ਹਾਥਾ, ਇਹ ਮਨੁੱਖਾ ਜੀਵਨ ਵਾਲਾ ਮੌਕਾ ਵੀ ਤੈਨੂੰ ਦੁਬਾਰਾ ਨਹੀਂ ਮਿਲਣਾ। ਆਰੰਭ ਵਾਲੀਆਂ ਪੰਕਤੀਆਂ ਪੜ੍ਹੋ। ਫੱਫਾ ਜਿਹੜਾ ਪੰਜਾਬੀ ਦਾ ਗੁਰਮੁਖੀ ਦਾ ਲੈਟਰ ਹੈ, ਉਹਦੇ ਰਾਹੀਂ ਉਪਦੇਸ਼ ਦਿੰਦੇ ਪਏ ਨੇ ਸਤਿਗੁਰੂ ਜੀ। ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇ, ਆ ਜਿਹੜਾ ਲਫ਼ਜ਼ ਦੁਰਲਭ, ਦੁਰਲਭ ਦਾ ਕੀ ਮਤਲਬ ਹੈ ਜੀ? ਪ੍ਰਾਈਸਲੈਸ, ਜਿਹੜੀ ਬੜੇ ਲੰਬੇ ਸਮੇਂ ਬਾਅਦ ਤੈਨੂੰ ਇਹਦੀ ਪ੍ਰਾਪਤੀ ਹੋਈ ਹੈ, ਇਹ ਵੀ ਪ੍ਰਾਈਸਲੈਸ ਹੈ। ਤੇ ਜੇਕਰ ਇਸ ਮੌਕੇ ਨੂੰ ਤੂੰ ਵੇਸਟ ਕਰ ਦਿੱਤਾ, ਅਜਾਈਂ ਗਵਾ ਦਿੱਤਾ, ਸਿਰਫ ਦੂਜੇ ਮੌਕਿਆਂ ਦੀ ਭਾਲ ਦੇ ਵਿੱਚ। ਬਾਬਾ ਫਰੀਦ ਜੀ ਨੇ, ਕਬੀਰ ਸਾਹਿਬ ਨੇ ਬੜਾ ਪਿਆਰਾ ਕਿਹਾ ਜੀ, ਕਹਿੰਦੇ ਕਬੀਰ ਟਾਲੈ ਟੋਲੈ ਦਿਨ ਗਿਆ ਵਿਆਜ ਬੜੰਤੋ ਜਾਏ। ਪੋਸਟਪੋਨ, ਟਾਲੈ ਟੋਲੇ ਦਾ ਮਤਲਬ ਹੁੰਦਾ ਟਾਲ ਮਟੋਲ ਕਰਨੀ, ਪੋਸਟਪੋਨ ਕਰਨਾ। ਬਾਣੀ ਪੜਾਂਗਾ, ਚਲੋ ਅੱਜ ਨਹੀਂ ਕੱਲ ਤੋਂ ਸ਼ੁਰੂ ਕਰਦਾ, ਕੱਲ ਆ ਗਿਆ ਨੈਕਸਟ ਡੇ ਸ਼ੁਰੂ ਕਰਾਂਗਾ, ਨੈਕਸਟ ਡੇ ਸ਼ੁਰੂ ਕਰਾਂਗਾ, ਬਸ ਨੈਕਸਟ ਡੇ ਹੀ ਨਹੀਂ ਆ ਪਾਉਂਦਾ। ਇਸੇ ਤਰ੍ਹਾਂ ਹੀ ਇਹ ਜਿਹੜਾ ਮੌਕਾ ਮਿਲਿਆ ਸੀ ਨਾ, ਨੈਕਸਟ ਡੇ ਕਰਦਿਆਂ ਹੀ ਫਿਰ ਉਹ ਸਮਾਂ ਆ ਜਾਂਦਾ ਹੈ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਐਸਾ ਨਾ ਹੋਵੇ ਕਿ ਮੌਕਾ ਤੇਰੇ ਕੋਲ ਹੀ ਹੋਵੇ, ਤੇਰੇ ਸਾਹਮਣੇ ਹੋਵੇ, ਓਪਰਚੁਨਿਟੀ ਤੇਰੇ ਕੋਲ ਹੋਵੇ ਤੇ ਤੂੰ ਉਹਨੂੰ ਸੰਭਾਲ ਹੀ ਨਾ ਸਕੇ। ਇੱਕ ਛੋਟੀ ਜੀ ਗੱਲ ਕਹਿ ਕੇ, ਸਾਧ ਸੰਗਤ ਮੇਰੇ ਖਿਆਲ ਜਿੰਨੇ ਵੀ ਇੱਥੇ ਬੈਠੇ ਨੇ ਸਾਰੇ ਯਾਹੂ, ਜਿਹੜੀ ਇੱਕ ਇੰਟਰਨੈਟ ਤੇ ਈਮੇਲ ਆਈਡੀ ਵਾਸਤੇ ਯੂਜ਼ ਕੀਤੀ ਜਾਂਦੀ ਸੀ ਜੀ ਐਪ, ਜਾਂ ਜੋ ਵੀ ਟੈਕਨੋਲੋਜੀ, ਉਹਦੇ ਬਾਰੇ ਹਰ ਕੋਈ ਜਾਣਦਾ ਹੋਵੇਗਾ। ਯਾਹੂ, ਜਿਵੇਂ ਅੱਜ ਕੱਲ੍ਹ ਜੀਮੇਲ ਹੈ, ਕੋਈ ਸਮਾਂ ਸੀ ਯਾਹੂ ਦਾ ਵੀ ਰਾਜ ਹੋਇਆ ਕਰਦਾ ਸੀ। 2008 ਦੇ ਵਿੱਚ ਮਾਈਕਰੋਸਾਫਟ ਨੇ ਯਾਹੂ ਨੂੰ ਆਫਰ ਕੀਤਾ ਕਈ ਬਿਲੀਅਨ ਡਾਲਰ ਵਾਸਤੇ ਖਰੀਦਣ ਵਾਸਤੇ, ਪਰ ਯਾਹੂ ਨੇ ਇਨਕਾਰ ਕਰ ਦਿੱਤਾ, ਕਹਿੰਦਾ ਨਹੀਂ ਮੈਂ ਨਹੀਂ ਵੇਚਣਾ। ਤੇ 8 ਸਾਲਾਂ ਬਾਅਦ ਯਾਹੂ ਵਿਕਿਆ ਓਨਲੀ ਫॉर 4.8 ਬਿਲੀਅਨ ਡਾਲਰਸ। ਕਿੱਥੇ ਮੇਰੇ ਖਿਆਲ ਉਹਦੀ ਸੋਚ ਤੋਂ ਪਰੇ 44 ਬਿਲੀਅਨ ਡਾਲਰ ਦੇ ਵਿੱਚ ਆਫਰ ਸੀ ਯਾਹੂ ਨੂੰ, ਪਰ ਉਹਨੇ ਇਨਕਾਰ ਕਰ ਦਿੱਤਾ। 8 ਸਾਲਾਂ ਬਾਅਦ ਉਹ ਵਿਕਦਾ ਹੈ ਸਿਰਫ 4.8 ਬਿਲੀਅਨ ਡਾਲਰਸ ਦੇ ਵਿੱਚ। ਇੱਕ ਮੌਕਾ ਸੀ ਜਿਸ ਮੌਕੇ ਨੂੰ ਯਾਹੂ ਨੇ ਗਵਾ ਦਿੱਤਾ, ਤੇ ਜਦੋਂ ਗਵਾ ਹੀ ਦਿੱਤਾ ਫਿਰ ਪੱਲੇ ਕੀ ਰਹਿ ਗਿਆ? ਕਿੱਥੇ 44 ਬਿਲੀਅਨ ਡਾਲਰ, ਕਿੱਥੇ 4.8 ਬਿਲੀਅਨ ਡਾਲਰ। ਸੋ ਓਪਰਚੁਨਿਟੀ ਸਾਡੇ ਆਸ-ਪਾਸ ਹੀ ਨੇ, ਸਿਰਫ ਅਸੀਂ ਪਹਿਚਾਣ ਹੀ ਨਹੀਂ ਪਾਉਂਦੇ। ਤੇ ਪਹਿਚਾਣ ਆਏਗੀ ਜਦੋਂ ਗੁਰੂ ਦੀ ਹਜ਼ੂਰੀ ਦੇ ਵਿੱਚ ਆਵਾਂਗੇ, ਗੁਰੂ ਕਿਰਪਾ ਕਰੇਗਾ। ਕਈ ਐਸੇ ਹੁੰਦੇ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਵੀ ਮੌਕੇ ਨੂੰ ਪਹਿਚਾਣ ਨਹੀਂ ਜੇ ਪਾਉਂਦੇ। ਦੁਨੀ ਚੰਦ, ਯਾਦ ਹੋਏਗਾ ਤੁਹਾਨੂੰ, ਮੁਗਲਾਂ ਨੇ ਆਨੰਦਪੁਰ ਸਾਹਿਬ ਦੀ ਘਟਨਾ, ਕਿਲੇ ਦਾ ਦਰਵਾਜ਼ਾ ਤੋੜਨ ਦੇ ਲਈ ਹਾਥੀ ਨੂੰ ਸ਼ਰਾਬ ਪਿਲਾ ਕੇ ਲਿਆਂਦਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਮ ਕਿਹਦਾ ਲਿਆ ਜੀ? ਦੁਨੀ ਚੰਦ। ਕਹਿੰਦੇ ਦੁਨੀ ਚੰਦ ਮੁਕਾਬਲਾ ਕਰੇਗਾ। ਦੁਨੀ ਚੰਦ ਨੂੰ ਪਤਾ ਲੱਗਾ, ਦੌੜ ਗਿਆ। ਮੌਕਾ ਕਿਹਨੂੰ ਮਿਲਿਆ? ਭਾਈ ਬਚਿੱਤਰ ਸਿੰਘ ਨੂੰ। ਤੇ ਭਾਈ ਬਚਿੱਤਰ ਸਿੰਘ ਦਾ ਨਾਂ ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਅਮਰ ਰਹੇਗਾ। ਤੇ ਦੁਨੀ ਚੰਦ ਦਾ ਜੇਕਰ ਜ਼ਿਕਰ ਹੋਏਗਾ ਤੇ ਉਹਨਾਂ ਲੋਕਾਂ ਦੇ ਵਿੱਚ ਜ਼ਿਕਰ ਹੋਏਗਾ ਜਿਹੜੇ ਗੁਰੂ ਦਾ ਲੜ ਛੱਡ ਕੇ ਜਾਂ ਗੁਰੂ ਤੋਂ ਬੇਮੁਖ ਹੋ ਕੇ ਦੌੜ ਗਏ। ਬੇਮੁਖਾਂ ਦੇ ਵਿੱਚ ਤਾਂ ਉਹਦਾ ਨਾਂ ਆਏਗਾ, ਪਰ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋਈ, ਜਿਨ੍ਹਾਂ ਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਹੋਈ, ਉਹਨਾਂ ਦੇ ਵਿੱਚ ਭਾਈ ਬਚਿੱਤਰ ਸਿੰਘ ਦਾ ਨਾਮ ਆਏਗਾ। ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕਰਕੇ ਖੁਸ਼ੀ ਲੈਣ ਵਾਲਿਆਂ ਦੇ ਵਿੱਚ ਸ਼ਾਮਲ ਹੋਣਾ ਹੈ ਮੌਕੇ ਨੂੰ ਸੰਭਾਲ ਕੇ, ਕਿ ਜਾਂ ਬੇਮੁਖ ਹੋ ਕੇ ਦੁਨੀ ਚੰਦ ਵਾਲਿਆਂ ਦੀ ਜਿਹੜੀ ਲਾਈਨ ਹੈ ਉਹਦੇ ਵਿੱਚ ਸ਼ਾਮਲ ਹੋਣਾ। ਇਹ ਡਿਪੈਂਡ ਸਾਡੇ ਤੇ ਕਰਦਾ ਕਿ ਅਸੀਂ ਮੌਕੇ ਨੂੰ ਸੰਭਾਲ ਪਾਉਂਦੇ ਆ ਕਿ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਯੁਗ ਮੈਂ ਪਾਇਆ, ਫਿਰ ਆ ਅਵਸਰ ਚਰੈ ਨ ਹਾਥਾ। ਇਹ ਮੌਕਾ ਦੁਬਾਰਾ ਨਹੀਂ ਜੇ ਮਿਲਣਾ। ਨਾਮ ਜਪੈ ਤਉ ਕਟਿਐ ਫਾਸਾ। ਗੁਰੂ ਦੀ ਸ਼ਰਨ ਵਿੱਚ ਆਣ ਕੇ ਉਸ ਮਾਲਕ ਦੀ ਯਾਦ ਵਿੱਚ ਜੁੜ ਕੇ ਆਪਣੇ ਇਸ ਪ੍ਰਾਈਸਲੈਸ ਜੀਵਨ ਨੂੰ ਸਫਲ ਬਣਾ ਲਈਏ, ਤਾਂ ਕਿ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਜੀ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।